ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ। ਤੇ ਅੱਜ ਗੱਲ ਕਰਾਂਗੇ 150 ਸਾਲਾ ਸਿੰਘ ਸਭਾ ਦੀ ਸ਼ਤਾਬਦੀ ਮਨਾਈ ਜਾਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਖੁਸ਼ਹਾਲ ਸਿੰਘ ਜੀ। ਡਾਕਟਰ ਖੁਸ਼ਹਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਖੁਸ਼ਹਾਲ ਸਿੰਘ ਜੀ, 150 ਸਾਲ ਜਿਹੜੀ ਆ ਕਿ ਸ਼ਤਾਬਦੀ ਅਸੀਂ ਮਨਾਉਣ ਜਾ ਰਹੇ ਹਾਂ, ਕੇਂਦਰੀ ਸਿੰਘ ਸਭਾ ਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਸਮਾਗਮ ਕੀਤੇ ਜਾਣਗੇ, ਕਿਸ ਤਰ੍ਹਾਂ ਦਾ ਪੂਰਾ ਜਿਹੜਾ ਕਿ ਉਹ 'ਚ ਹੋਏਗਾ, ਕੀ ਪੇਸ਼ ਕੀਤਾ ਜਾਏਗਾ, ਜਿਹੜੀ ਕਿਉਂਕਿ ਕਿਹਾ ਜਾ ਰਿਹਾ ਕਿ ਸਿੰਘ ਸਭਾ ਲਹਿਰ ਨੂੰ ਮੁੜ ਸੁਰਜੀਤ ਕੀਤੀ ਜਾਣ ਦੀ ਜਿਹੜੀ ਕਿ ਅੱਗੇ ਕਾਰਵਾਈ ਹੋਏਗੀ। ਮੇਜਰ ਸਿੰਘ ਜੀ, 150 ਸਾਲਾ ਜਿਹੜਾ ਸ਼ਤਾਬਦੀ ਸਮਾਗਮ ਆ ਰਿਹਾ ਸਿੰਘ ਸਭਾ ਦਾ, ਇਹਦੇ ਵਿੱਚ ਕੇਂਦਰੀ ਸਿੰਘ ਸਭਾ ਵੱਲੋਂ ਇੱਕ ਸਲੋਗਨ ਹੈਗਾ ਕਿ 150 ਸਾਲ ਗੁਰੂ ਪੰਥ ਦੇ ਨਾਲ। ਅਤੇ ਇਹ ਅਸੀਂ ਗੁਰੂ ਪੰਥ ਦੇ ਨਾਲ ਜਿਹੜੀ ਸਾਡੀ ਮੇਨ ਸਕੂਲ ਆਫ ਥੋਟ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਸਿੰਘ ਸਭਾਵਾਂ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ 'ਚ ਨਹੀਂ, ਸਾਰੇ ਹਿੰਦੁਸਤਾਨ ਦੇ ਕੀ ਸਾਰੀ ਦੁਨੀਆ ਦੇ ਵਿੱਚ ਸਿੰਘ ਸਭਾ ਗੁਰਦੁਆਰੇ ਹੈਗੇ ਹੈ। ਅਤੇ ਉਹ ਗੁਰਦੁਆਰੇ ਦੂਸਰੇ ਗੁਰਦੁਆਰਿਆਂ ਨਾਲੋਂ ਕਿਸ ਤਰ੍ਹਾਂ ਵਿਲੱਖਣ ਨੇ, ਉਹਨਾਂ ਦੀ ਵਿਲੱਖਣਤਾ ਨੂੰ ਉਜਾਗਰ ਕਰਨਾ, ਉਹਨਾਂ ਦਾ ਸਿੱਖ ਪੰਥ ਦੇ ਜਥੇਬੰਦੀ ਦੇ ਵਿੱਚ ਕੀ ਯੋਗਦਾਨ ਹੋਏ, ਇਸ ਇਸ਼ੂ ਦੇ ਉੱਤੇ ਅਸੀਂ ਧਿਆਨ ਦਿਵਾਉਣਾ ਹੈਗਾ ਆ। ਤੋ ਉਹਨਾਂ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣਾ ਵੱਖ-ਵੱਖ ਗੁਰਦੁਆਰਿਆਂ ਨੂੰ। ਉਹ ਸਧਾਰਨ ਆਮ ਗੁਰਦੁਆਰੇ ਨਹੀਂ ਹੈਗੇ, ਉਹ ਇੱਕ ਲਹਿਰ ਦੀ ਪੈਦਾਇਸ਼ ਤੋਂ ਸਕੂਲ ਆਫ ਥੋਟ ਦੀ ਪ੍ਰਤੀਨਿਧਤਾ ਕਰਦੇ ਹੈ। ਅਤੇ ਉਹਨਾਂ ਨੂੰ ਜਦੋਂ ਆਪਣੀ ਪੰਥਕ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਅਤੇ ਉਹ ਇੱਕ ਸਿੱਖ ਪੰਥ ਦੇ ਵਿੱਚ ਪੰਥਕ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਸਾਹਮਣੇ ਆਉਣਗੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੰਘ ਸਭਾ ਲਹਿਰ ਸਕੂਲ ਆਫ ਥੋਟ ਜਿਹੜਾ ਚੱਲਿਆ ਸੀਗਾ, ਲਹਿਰ ਚੱਲੀ ਸੀ, ਇਹਦੀ ਜਿਹੜੀ ਅੱਗੇ ਇਹਦਾ ਫਲਸਰੂਪ ਸੀਗਾ ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਦੀ ਖੁਦ ਮੁਖਤਿਆਰ ਹਸਤੀ। ਉਹਦੇ ਉੱਤੇ ਜਿਹੜੇ ਪ੍ਰੈਸ਼ਰ ਗਰੁੱਪ ਹਮੇਸ਼ਾ ਕੰਮ ਕਰਦਾ ਰਿਹਾ, ਭਾਵੇਂ ਚੀਫ ਖਾਲਸਾ ਦੀਵਾਨ ਦੇ ਰੂਪ 'ਚ ਕੰਮ ਕਰਦਾ ਰਿਹਾ, ਭਾਵੇਂ ਕੇਂਦਰੀ ਸਿੰਘ ਸਭਾ ਦੇ ਰੂਪ 'ਚ ਕੰਮ ਕਰਦਾ ਰਿਹਾ, ਜਾਂ ਹੋਰ ਸਿੰਘ ਸਭਾ ਸੁਸਾਇਟੀਆਂ ਦੇ ਰੂਪ ਵਿੱਚ ਹੀ ਕੰਮ ਕਰਦਾ ਰਿਹਾ। ਲੇਕਿਨ ਇਹ ਕਾਫੀ ਪਿਛਲੇ ਸਮੇਂ ਤੋਂ, ਖਾਸ ਕਰਕੇ 1984 ਤੋਂ ਬਾਅਦ ਜਿਹੜਾ ਆ ਉਹ ਪ੍ਰੈਸ਼ਰ ਗਰੁੱਪ ਖਤਮ ਹੁੰਦਾ ਇੱਕ ਸਾਈਡ 'ਤੇ ਹੋ ਗਿਆ, ਜਿਹੜਾ ਪੰਥਕ ਪ੍ਰੈਸ਼ਰ ਗਰੁੱਪ ਸੀ ਸਿੰਘ ਸਭਾਵਾਂ ਦਾ। ਅਤੇ ਉਹਦਾ ਬਦਲ ਹੈ ਜਿਹੜਾ ਉਹ ਸੰਪਰਦਾਇ, ਡੇਰੇ, ਟਕਸਾਲਾਂ, ਇਹਨਾਂ ਨੇ ਆ ਕੇ ਉਹ ਜਿਹੜਾ ਸੀਗਾ ਥਾਂ ਹੈ ਜਿਹੜੀ ਉਹ ਉਸ ਏਰੀਏ ਦੇ ਉੱਤੇ ਜਿਹੜਾ ਉਹ ਕਬਜ਼ਾ ਕਰ ਲਿਆ ਸੀਗਾ। ਸੋ ਅਸੀਂ ਇਹ ਚਾਹੁੰਦੇ ਹਾਂ, ਕਿਉਂਕਿ ਉਹਦੇ ਨਾਲ ਫਿਰ ਕੀ ਹੁੰਦਾ ਹੈਗਾ ਕਿ ਉਹ ਜਦੋਂ ਵੀ ਕੋਈ ਸੁਸਾਇਟੀ ਜਾਂ ਕੋਈ ਸੰਪਰਦਾ ਪ੍ਰੈਸ਼ਰ ਗਰੁੱਪ ਦੇ ਵਿੱਚ ਕੰਮ ਕਰਦੀ ਹੈ ਤਾਂ ਉਹ ਆਪਣੀ ਥੋਟ ਨੂੰ, ਆਪਣੀ ਮਰਿਆਦਾ ਨੂੰ, ਆਪਣੇ ਜਿਹੜਾ ਉਹਨਾਂ ਦੀ ਸੋਚ ਹੁੰਦੀ ਹੈ, ਵਿਚਾਰ ਹੁੰਦੀ ਹੈ, ਉਹਨੂੰ ਲਾਗੂ ਕਰਾਉਂਦੀਆਂ ਨੇ। ਅਤੇ ਸਿੰਘ ਸਭਾਵਾਂ ਦਾ ਕੋਈ ਆਪਣਾ ਅੱਡ ਵੱਖਰਾ ਕੋਈ ਸੋਚ ਸਕੂਲ ਆਫ ਥੋਟ ਨਹੀਂ ਹੈਗਾ। ਉਹ ਗੁਰੂ ਪੰਥ ਦਾ ਜਿਹੜਾ ਸਕੂਲ ਆਫ ਥੋਟ ਹੈ, ਗੁਰਬਾਣੀ ਦੇ ਆਧਾਰਿਤ ਜਿਹੜਾ ਹੈ ਉਹ ਬਣਿਆ ਹੈਗਾ। ਅਤੇ ਅਸੀਂ ਉਹਦਾ ਪ੍ਰਚਾਰ ਅਤੇ ਪ੍ਰਸਾਰ ਸਾਰੇ ਭਾਰਤ ਦੇ ਵਿੱਚ ਕਰਨਾ ਹੈ। ਇਹਦੇ ਨਾਲ ਸਿੱਖ ਜਥੇਬੰਦੀ, ਅਕਾਲ ਤਖਤ ਔਰ ਸਿੱਖਾਂ ਦੀਆਂ ਹੋਰ ਸੰਸਥਾਵਾਂ ਜਿਹੜੀਆਂ ਉਹ ਤਕੜਾ ਹੋਣਗੀਆਂ ਅਤੇ ਉਹਨਾਂ ਦਾ ਨੂੰ ਸਹੀ ਵਾਰਸ ਮਿਲਣਗੇ, ਉਹਨਾਂ ਦੀ ਸਹੀ ਪਹਿਰੇਦਾਰੀ ਵੀ ਹੋਏਗੀ। ਉੱਥੇ ਬੰਦਿਆਂ ਨੂੰ ਜਿਹੜੇ ਉੱਥੇ ਜਿਹੜੇ ਕੰਮ ਕਰ ਰਹੇ ਹੈਗੇ ਆ ਸੇਵਾਦਾਰ, ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਹੋਏਗਾ ਕਿ ਸਾਡੇ ਪਿੱਛੇ ਜਿਹੜੀ ਕੁਝ ਜਥੇਬੰਦੀ ਖੜੀ ਹੈ, ਜਿਹੜੀ ਸਾਡੇ 'ਤੇ ਪਹਿਰੇਦਾਰੀ ਕਰ ਰਹੀ, ਜਿਹੜੀ ਸਾਨੂੰ ਦੇਖ ਰਹੀ ਹੈ। ਇਸ ਕਰਕੇ ਉਹਨਾਂ ਦੀ ਜਵਾਬਦੇਹੀ ਵੀ ਬਣਦੀ ਹੈ ਅਤੇ ਉਹਨਾਂ 'ਤੇ ਇੱਕ ਜਿਹੜਾ ਸੰਗਤੀ ਪ੍ਰੈਸ਼ਰ ਹੈ ਉਹ ਵੀ ਨਿਰੰਤਰ ਕਾਇਮ ਰਹਿੰਦਾ ਹੈ। ਡਾਕਟਰ ਖੁਸ਼ਹਾਲ ਸਿੰਘ ਜੀ, ਕਿ ਜਿਵੇਂ ਕਿ ਕੇਂਦਰੀ ਸਿੰਘ ਸਭਾ ਦੀ ਆਪਾਂ ਵਿੱਚ ਬੈਠੇ ਹੋਏ ਹਾਂ ਅਤੇ ਜਿਹੜਾ ਪੰਥਕ ਨਜ਼ਰ ਪ੍ਰੋਗਰਾਮ ਆਪਣਾ ਚੱਲ ਰਿਹਾ ਆ, ਉਹਦੇ ਵਿੱਚ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਹਾਂ ਕਿ ਜਦੋਂ ਸਿੰਘ ਸਭਾ ਲਹਿਰ ਉੱਠੀ ਅਤੇ ਸਿੰਘ ਸਭਾ ਦੇ ਲਹਿਰ ਵੱਲੋਂ ਬਹੁਤ ਵੱਡੇ ਕਾਰਜ ਕੀਤੇ ਗਏ, ਪਰ ਫਿਰ ਵੀ ਕੀ ਕਾਰਨ ਹੈ ਕਿ ਗੁਰਦੁਆਰੇ ਦੇ ਨਾਮ ਤਾਂ ਸਿੰਘ ਸਭਾ ਦੇ ਨਾਮ 'ਤੇ ਰੱਖੇ ਜਾਂਦੇ ਨੇ, ਪਰ ਉਹਨਾਂ ਦਾ ਇਤਿਹਾਸ ਕਿਉਂ ਨਹੀਂ ਪਤਾ ਹੁੰਦਾ? ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਤਿਹਾਸ ਤੋਂ ਬਹੁਤ ਦੂਰ ਹੁੰਦੇ ਨੇ। ਇਸ ਤਰ੍ਹਾਂ ਜੀ, ਕਾਫੀ ਪਿਛਲੇ ਸਮੇਂ ਤੋਂ ਇਹ ਅਸੀਂ ਦੇਖਣ 'ਚ ਆ ਰਿਹਾ ਆ ਕਿ ਜਿਹੜੇ, ਕਿਉਂਕਿ 1973 ਦੇ ਵਿੱਚ ਜਦੋਂ ਸਿੰਘ ਸਭਾ ਦਾ 100 ਸਾਲਾ ਮਨਾਇਆ ਗਿਆ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਨਰਲ ਇਜਲਾਸ ਵਿੱਚ ਪਹਿਲ ਕੀਤੀ ਸੀ, ਇਹ ਮਤਾ ਪਾਸ ਕੀਤਾ ਸੀ, ਉਸ ਸ਼ਤਾਬਦੀ ਕਮੇਟੀ ਬਣਾਈ ਸੀ, ਉਹਨੂੰ ਫੰਡ ਵੀ ਦਿੱਤੇ ਸੀ, ਉਹਦਾ ਸਹਿਯੋਗ ਕੀਤਾ ਸੀ, ਉਹਦੇ ਸਾਰਾ ਸਮਰਥਨ ਕਰਕੇ ਇੱਕ ਲਹਿਰ ਦੁਆਰਾ ਉਹਨਾਂ ਨੇ ਚਲਾਈ ਸੀਗੀ। ਅਤੇ 1973 ਤੋਂ ਲੈ ਕੇ ਹੁਣ 50 ਸਾਲ ਹੋ ਗਏ ਆ। 50 ਸਾਲਾਂ ਦੇ ਵਿੱਚ ਲਗਭਗ 3 ਪੀੜ੍ਹੀਆਂ, ਜਿਹੜੇ 3 ਜਨਰੇਸ਼ਨ ਨੇ ਉਹ ਬਦਲ ਜਾਂਦੀਆਂ ਨੇ। ਅਤੇ ਉਹਦੇ ਵਿੱਚੋਂ ਫਿਰ ਕੀ ਹੁੰਦਾ ਕਿ ਜਦੋਂ ਨਵੇਂ ਬੰਦੇ ਆਏ ਆ,
ਅੱਜ ਜਿਹੜੇ ਸਿੰਘ ਸਭਾਵਾਂ ਦੇ ਉੱਤੇ ਸੇਵਾਦਾਰਾਂ ਦੇ ਰੂਪ 'ਚ ਵਿਅਕਤੀ ਆਏ ਹੈ, ਇੱਕ ਤਾਂ ਉਸ ਵਕਤ ਜਿਹੜਾ ਆ ਉਦੋਂ ਸਿੱਖਾਂ ਦੇ ਵਿੱਚ ਇਹ ਜਿਹੜੇ ਪ੍ਰਾਪਰਟੀ ਡੀਲਰ ਦੀ ਜਾਂ ਰੀਅਲ estate ਹੈ ਇੰਨੀ ਵਿਕਸਿਤ ਨਹੀਂ ਸੀ ਹੋਈ, ਇੰਨਾ ਉਹਦਾ ਬੋਲਬਾਲਾ ਨਹੀਂ ਸੀਗਾ। ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਸਿੰਘ ਸਭਾਵਾਂ ਦੇ ਉੱਤੇ ਜਿਹੜੇ ਮੈਂਬਰ ਉੱਥੇ ਸੇਵਾਦਾਰ ਨੇ, ਉਹਨਾਂ ਨੂੰ ਜੇ ਬਾਏ ਪ੍ਰੋਫੈਸ਼ਨਲ ਦੇਖਣਾ ਤਾਂ ਵਧੇਰੇ ਗਿਣਤੀ ਵਿੱਚ ਜਿਹੜਾ ਉਹਦੇ 'ਤੇ ਕਾਬਜ਼ ਨੇ ਰੀਅਲ estate ਨਾਲ, ਉਹਨਾਂ ਦਾ ਕਿੱਤਾ ਰੀਅਲ estate ਹੈ। ਔਰ ਰੀਅਲ estate ਦੀਆਂ ਆਪਣੀਆਂ ਇੱਕ ਮਜਬੂਰੀਆਂ ਨੇ, ਆਪਣਾ ਇੱਕ ਵਿਹਾਰ ਹੁੰਦਾ ਆ, ਆਪਣੀ ਇੱਕ ਥਾਟ ਪ੍ਰੋਸੈਸ ਹੁੰਦਾ ਆ, ਉਹ ਹਰੇਕ ਗੱਲ ਤੋਂ ਮੁਨਾਫਾ ਚਾਹੁੰਦੇ ਹੁੰਦੇ ਆ। ਅਤੇ ਉਹਦੇ ਵਿੱਚ ਕੋਈ ਇੱਦਾਂ ਨਹੀਂ, ਜਿਹੜਾ ਗੁਰਬਾਣੀ ਦਾ ਸਾਡਾ ਮੂਲ ਆਧਾਰ ਹੈ ਕਿ ਆਪਣਾ ਹਿੱਸਾ ਹੀ ਜਿਹੜਾ ਆ ਉਹਨੂੰ ਕਿਸੇ ਹੋਰ ਦੀ ਕਮਾਈ ਨਹੀਂ ਖਾਣੀ ਹੈਗੀ, ਕਿਸੇ ਹੋਰ ਦਾ ਹਿੱਸਾ ਨਹੀਂ ਖਾਣਾ। ਅਸੀਂ ਸਿੱਖ ਥਾਟ ਅਨੁਸਾਰ ਅਸੀਂ ਉਹਨੂੰ ਸਮਝਦੇ ਹਾਂ ਕਿ ਉਹ ਸਿੱਖ ਵਾਸਤੇ ਗਾਂ ਦਾ ਜਾਂ ਸੂਰ ਦੇ ਮਾਸ ਖਾਣ ਦੇ ਬਰਾਬਰ ਹੈ। ਲੇਕਿਨ ਜਦੋਂ ਤੁਸੀਂ ਕਿਸੇ ਜਿਹੜਾ ਪ੍ਰਾਪਰਟੀ ਡੀਲਰ ਨੂੰ ਕਹੋਗੇ ਤਾਂ ਉਹਦਾ ਸਾਰਾ ਕਾਰੋਬਾਰੀ ਦੂਜੇ ਦੇ, ਉਹਦਾ ਬਿਜ਼ਨਸ ਜਿਹੜਾ ਹੈ ਜਾਂ ਉਹਦੀ ਤਰੱਕੀ ਹੈ ਉਹ ਦੂਸਰੇ ਦੇ ਹੱਕ ਨਾਲ ਜੁੜੀ ਹੋਈ ਹੈ। ਜੇ ਉਹ ਦੂਸਰੇ ਦਾ ਹੱਕ ਨਹੀਂ ਖਾਊਗਾ ਤਾਂ ਉਹ ਤਰੱਕੀ ਨਹੀਂ ਕਰ ਸਕਦਾ। ਸੋ ਇਸ ਕਰਕੇ ਉਹ ਜਦੋਂ ਇਸ ਕਿੱਤੇ ਦੇ ਲੋਕ ਆ ਗਏ ਤਾਂ ਉਹਦੇ ਨਾਲ ਦਿੱਕਤਾਂ ਜਿਹੜੀਆਂ ਨੇ ਉਹ ਆ ਗਿਆ। ਉਹਨਾਂ ਨੂੰ ਸਿਰਫ ਮੁਨਾਫਾ ਆ। ਉਹਨਾਂ ਨੇ ਗੁਰਦੁਆਰਾ ਉਹਨਾਂ ਵਾਸਤੇ ਇੱਕ ਰੀਅਲ estate ਹੈਗਾ ਆ, ਉੱਥੇ ਉਹ ਲੋਕਾਂ ਨੂੰ ਸਰਵਿਸ ਦਿੰਦੇ ਆ, ਆਨੰਦ ਕਾਰਜ ਦੀ, ਗੁਰਦੁਆਰੇ ਮੱਥਾ ਟੇਕਣ ਦੀ, ਕੀਰਤਨ ਦੀ, ਹੋਰ ਸਾਰਾ ਕੁਝ ਕਰਦੇ ਆ। ਲੇਕਿਨ ਉਹਦੇ ਵਿੱਚ ਉਹ ਆਪਣਾ ਬੈਨੀਫਿਟ ਦੇਖਦੇ ਆ ਕਿ ਸਾਡੀ ਗੋਲਕ ਨੂੰ ਕੋਈ ਸੰਤ ਭਰ ਸਕਦਾ ਹੈ, ਕਿਹੜਾ ਵਿਅਕਤੀ ਭਰ ਸਕਦਾ ਹੈ, ਉਹ ਧਾਰਨਾ ਵਾਲਾ ਭਰ ਸਕਦਾ ਆ, ਜਾਂ ਕਿ ਉਹਨਾਂ ਨੇ ਉਹ ਸਿਧਾਂਤਕ ਪੱਖ ਨਹੀਂ ਦੇਖਣਾ ਹੁੰਦਾ। ਇਹ ਜਿਹੜਾ ਆ ਸਿੰਘ ਸਭਾ ਦੀ ਅੱਜ ਦੀ ਅਸੀਂ ਕਹੀਏ ਉਹ ਕਮਜ਼ੋਰੀ ਅੱਜ ਦੇ ਪ੍ਰਬੰਧਕਾਂ ਦੇ ਵਿੱਚ। ਪਰੰਤੂ ਇਹ ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚ ਕਿਉਂਕਿ ਸਿੰਘ ਸਭਾ ਕਿਸੇ ਦੀ ਮਾਲਕੀਅਤ ਨਹੀਂ ਹੈਗੀ, ਇਹ ਪੰਥ ਦੀ ਸਰਬ ਸਾਂਝੀ ਸੰਸਥਾ ਹੈਗੀ ਆ। ਜੇ ਅੱਜ ਮਾੜੇ ਮਾਲਕ ਹੈ ਅਤੇ ਉੱਥੇ ਨਵੇਂ ਮਾਲਕ ਜਿਹੜੇ ਜੋ ਸੰਗਤਾਂ ਦੇ ਵਿੱਚ ਗੱਲ ਲੱਗੇਗੀ, ਜਾਗਰੂਕਤਾ ਆਏਗੀ, ਤਾਂ ਉਹ ਪ੍ਰਬੰਧਕ ਹੈ ਜਿਹੜੇ ਉਹ ਸਹੀ ਸੋਚ ਵਾਲੇ ਲੈ ਆਉਣਗੇ। ਉਹਨਾਂ ਦਾ ਪ੍ਰੈਸ਼ਰ ਸੰਗਤ ਦਾ ਹਮੇਸ਼ਾ ਕੰਮ ਕਰਦਾ ਆ। ਜਦੋਂ ਇਹ ਸੰਗਤ ਇਸ ਗੱਲ ਤੋਂ ਜਾਣੂ ਹੋ ਜਾਏਗੀ ਅਸਲੀ ਮਰਿਆਦਾ ਕੀ ਹੈ, ਸਿੰਘ ਸਭਾ ਦੀ ਥਾਟ ਕੀ ਹੈ, ਇਸ ਵਾਸਤੇ ਅਸੀਂ ਸਾਰੇ ਪਾਸਿਓਂ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤਾਂ ਨੂੰ ਅਵੇਅਰ ਕਰੀਏ ਕਿ ਸਿੰਘ ਸਭਾ ਜਿਹੜੀ ਵਿਚਾਰਧਾਰਾ ਹੈ ਉਹ ਕੀ ਹੈ, ਉਹ ਕਿਵੇਂ ਉਹਦਾ ਕੀ ਫਰਕ ਸੀਗਾ। ਇਹ ਜਿਹੜੇ ਮਹੰਤ ਨੇ ਜਾਂ ਇਹ ਜਿਹੜੇ ਉਦਾਸੀ ਨੇ, ਨਿਰਮਲੇ ਹੈ, ਇਹਨਾਂ ਨੇ ਗੁਰੂ ਘਰਦਿਆਂ 'ਤੇ ਜਦੋਂ ਕਬਜ਼ਾ ਕੀਤਾ ਹੋਇਆ ਸੀ ਉਸ ਵਕਤ ਗੁਰਦੁਆਰਿਆਂ ਦਾ ਕੀ ਹਾਲ ਹੋ ਗਿਆ ਸੀ, ਸਿੱਖ ਵਿਚਾਰਧਾਰਾ ਦਾ ਕੀ ਹਾਲ ਹੋ ਗਿਆ ਸੀ, ਔਰ ਪੰਥ ਦੀ ਜਿਹੜੀ ਨਿਆਰੀ ਵਿਲੱਖਣ ਹਸਤੀ ਹੈ ਉਹਦੀ ਹੋਂਦ ਨੂੰ ਖੋਰਾ ਕਿਸ ਤਰ੍ਹਾਂ ਲੱਗ ਰਿਹਾ ਸੀਗਾ। ਅਤੇ ਸਿੱਖਾਂ ਦੀ ਐਜੂਕੇਸ਼ਨ ਜਿਹੜੀ ਹੈ, ਸਿੱਖ ਐਜੂਕੇਸ਼ਨ ਵਿੱਚ ਸਭ ਤੋਂ ਪਛੜ ਗਏ ਸੀਗੇ। ਅਤੇ ਸਿੰਘ ਸਭਾ ਲਹਿਰ ਦੀ ਦੇਣ ਸੀ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਦੋ ਜਿਹੜੇ ਨੇੜੇ ਦੇ ਭਾਈਚਾਰੇ ਸੀਗੇ, ਹਿੰਦੂ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ, ਉਹਨਾਂ ਨਾਲੋਂ ਵੱਧ ਕੇ 15% ਅਸੀਂ ਜਿਹੜਾ ਆ ਸਾਡਾ ਜਿਹੜਾ ਉਹ ਐਜੂਕੇਸ਼ਨ ਦੇ ਵਿੱਚ ਅਸੀਂ ਤਰੱਕੀ ਕਰ ਲਈ ਸੀਗੀ। ਇਹ ਤਾਂ ਹੀ ਪੋਸੀਬਲ ਹੋ ਸਕਿਆ ਸੀ ਕਿ ਸਿੰਘ ਸਭਾ ਦੇ ਜਿਹੜੇ ਨਿਸ਼ਕਾਮ ਸੇਵਕ ਸੀਗੇ ਉਹ ਸਾਹਮਣੇ ਆਏ ਸੀਗੇ। ਸੋ ਅੱਜ ਵੀ ਇਹ ਸਾਨੂੰ ਜਿਹੜਾ ਡੇਰਾਵਾਦ ਹੈ, ਭਾਵੇਂ ਪੰਥ ਦੇ ਅੰਦਰ ਡੇਰਾ ਆ ਜਾਂ ਬਾਹਰ ਡੇਰਾ ਆ, ਉਹ ਹਰ ਤਰ੍ਹਾਂ ਪੰਥ ਦੇ ਵਾਸਤੇ ਹਾਨੀਕਾਰਕ ਹੈ। ਉਹਦੇ ਬਦਲਵੇਂ ਰੂਪ ਦੇ ਵਿੱਚ ਇੱਕ ਜਿਹੜਾ ਹੈ ਸਕੂਲ ਆਫ ਥਾਟ ਸਿੰਘ ਸਭਾ ਦਾ ਕੰਮ ਕਰ ਸਕਦਾ ਹੈ। ਉਹਦੇ ਵਾਸਤੇ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਪ੍ਰੋਗਰਾਮ ਬਣਾਏ ਆ ਕਿ ਅਸੀਂ 25 ਪ੍ਰੋਗਰਾਮ ਕਰਨੇ ਆ ਇਸ ਚੀਜ਼ ਨੂੰ ਸਮਰਪਿਤ ਅਗਲੇ ਸਾਲ ਵਿੱਚ, ਇਸ ਅਕਤੂਬਰ ਤੋਂ ਲੈ ਕੇ ਅਗਲੇ ਅਕਤੂਬਰ ਤੱਕ। ਅਤੇ ਜਿਹਦੇ ਵਿੱਚ 12 ਪ੍ਰੋਗਰਾਮ ਅਸੀਂ ਪੰਜਾਬ 'ਚ ਕਰਨੇ ਆ, 12 ਪੰਜਾਬ ਜਿਹੜੇ ਭਾਰਤ ਦੇ ਹੋਰ ਰਾਜ ਨੇ ਉਹਨਾਂ 'ਚ ਕਰਨੇ ਆ, ਔਰ ਇੱਕ ਚੰਡੀਗੜ੍ਹ ਕਰਨਾ ਆ। ਸੋ ਇਹ ਅਸੀਂ ਪ੍ਰੋਗਰਾਮ ਸਾਰੇ ਸਾਲ ਦੇ ਵਿੱਚ ਕਰਨੇ ਆ, ਜਿਹਦੇ ਵਿੱਚੋਂ ਅਸੀਂ ਦਿੱਲੀ ਪ੍ਰੋਗਰਾਮ ਕਰ ਰਹੇ ਹਾਂ, ਅੰਮ੍ਰਿਤਸਰ ਇੱਕ ਪ੍ਰੋਗਰਾਮ ਕਰ ਰਹੇ ਹਾਂ, ਹੋਰ ਵੀ ਜਿਹੜੇ ਸਾਡੇ ਪ੍ਰੋਗਰਾਮ ਨੇ ਇਸ ਤਰ੍ਹਾਂ ਹੋਣਗੇ। ਅਤੇ ਐਡੀਸ਼ਨ ਵੀ ਹੋ ਸਕਦੀ, ਲੋੜ ਸੰਗਤ ਦੀ ਮੰਗ ਹੋਈ ਤਾਂ ਸਪੈਸ਼ਲ ਪ੍ਰੋਗਰਾਮ ਵੀ ਕੀਤੇ ਜਾ ਸਕਦੇ। ਖੁਸ਼ਹਾਲ ਸਿੰਘ ਜੀ, ਜਿਵੇਂ ਪਿੱਛੇ ਕਲਕੱਤੇ ਵੀ ਗਏ ਸੀਗੇ, ਕੋਮਾਗਾਟਾ ਮਾਰੂ ਜਦੋਂ ਸਮਾਗਮ ਸੀਗਾ, ਸ਼ਤਾਬਦੀ ਸੀ ਉਹਨਾਂ ਦੀ, ਅਤੇ ਉੱਥੇ ਗਏ ਸੀਗੇ। ਉੱਥੇ ਵੀ ਜਿਹੜੀ ਆ ਕਿ ਸਿੰਘ ਸਭਾ ਦੇ ਵੱਲੋਂ ਜਿਹੜੀ ਆ ਮੀਟਿੰਗ ਕੀਤੀ ਗਈ ਸ਼ਤਾਬਦੀ ਮਨਾਉਣ ਦੇ ਲਈ, ਅਤੇ ਕਲਕੱਤੇ ਦੀ ਸੰਗਤ ਦਾ ਕਿੱਦਾਂ ਦਾ ਰੁਝਾਨ ਰਿਹਾ? ਦੇਖੋ, ਜਦੋਂ ਅਸੀਂ ਉੱਥੇ ਗਏ ਸੀ ਕਲਕੱਤੇ ਤਾਂ ਅਸੀਂ ਉੱਥੇ ਗੁਰਦੁਆਰਾ ਰਾਸ ਬਿਹਾਰੀ ਸਿੰਘ ਸਭਾ ਇਕੱਠ ਬੁਲਾਇਆ ਸੀ, ਸਾਰੀਆਂ ਜਿਹੜੀਆਂ ਸਿੰਘ ਸਭਾਵਾਂ ਨੇ ਕਲਕੱਤੇ ਦੀਆਂ, ਅਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ 20-25 ਪ੍ਰਤੀਨਿਧ ਸ਼ਾਮਿਲ ਹੋਏ ਸੀਗੇ। ਸਿੱਖ ਐਜੂਕੇਸ਼ਨ ਅਦਾਰਿਆਂ ਦਾ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ। ਉਹਦੇ 'ਚੋਂ ਵੀ ਆਏ ਸੀ, ਸਿੱਖ ਰਿਵਿਊ 'ਚੋਂ ਵੀ ਪ੍ਰਤੀਨਿਧ ਆਏ ਸੀਗੇ, ਸੋ ਸਿੱਖ ਫੋਰਮ ਤੋਂ ਆਏ ਸੀ। ਇਹ ਸਾਰੇ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਕਿ ਜੇ ਅਸੀਂ ਇਹਨਾਂ ਦੀ ਕੋਆਰਡੀਨੇਸ਼ਨ ਨਾਲ ਕੋਈ 150 ਸਾਲਾ ਮਨਾਉਣਾ ਹੈਗਾ, ਅਤੇ ਉਹਦੇ ਵਾਸਤੇ ਜਿਹੜਾ ਉੱਥੋਂ ਦਾ ਵੱਡਾ ਸਟੇਡੀਅਮ ਹੈ ਕਲਕੱਤੇ ਦਾ, ਉਹ
ਉਹਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਏਗਾ ਸਾਰੇ ਸੰਪਰਦਾ ਦਾ। ਉਹ ਬੜਾ ਉਤਸ਼ਾਹ ਸੀਗਾ, ਉਹਨਾਂ ਨੇ ਸਾਨੂੰ ਬਹੁਤ ਉਤਸ਼ਾਹ ਦਿੱਤਾ, ਬਹੁਤ ਸਹਿਯੋਗ ਦਿੱਤਾ। ਅਤੇ ਉਹ ਇਹ ਸਿਰਫ ਇੱਥੇ ਨਹੀਂ, ਭੋਪਾਲ ਵੀ ਇਸ ਤਰ੍ਹਾਂ ਹੀ ਸਾਡੇ ਨਾਲ ਸਹਿਯੋਗ ਸਾਨੂੰ ਮਿਲਿਆ ਸੀਗਾ। ਹੋਰ ਥਾਵਾਂ 'ਤੇ ਜਿੱਥੇ ਵੀ ਗੁਰੂ ਦੇ ਪਿਆਰੇ ਬੈਠੇ ਆ, ਇਹ ਜਿਹੜਾ ਵਰਤਾਰਾ ਹੈਗਾ ਇਹ ਸਾਰੀਆਂ ਥਾਵਾਂ 'ਤੇ ਬਰਾਬਰ ਹੀ ਹੈਗਾ। ਸੋ ਗੁਰੂ ਦੇ ਸਿੱਖ ਜਿੱਥੇ ਵੀ ਬੈਠੇ ਆ ਉਹ ਇਹ ਸਾਰੇ ਇੱਕ ਗੱਲ 'ਤੇ ਸਹਿਮਤ ਹੈ ਕਿ ਅੱਜ ਅਜੋਕੇ ਸਮੇਂ ਵਿੱਚ, ਵਰਤਮਾਨ ਸਮੇਂ ਦੇ ਵਿੱਚ ਸਿੰਘ ਸਭਾ ਲਹਿਰ ਦੀ ਪੁਨਰ ਸੁਰਜੀਤ ਦੇ ਜਿਹੜਾ ਕਾਰਜ ਹੈ ਇਹਨਾਂ ਦੀ ਬਹੁਤ ਜ਼ਰੂਰਤ ਹੈਗੀ ਆ, ਅਤੇ ਹਰੇਕ ਸਿੱਖ ਇਹਦਾ ਅਹਿਸਾਸ ਕਰ ਰਿਹਾ ਹੈਗਾ। ਅਤੇ ਕੇਂਦਰੀ ਸਿੰਘ ਸਭਾ ਦੇ ਵੱਲੋਂ ਜਿਹੜਾ ਕਿ 28 ਸੈਕਟਰ ਦੇ ਵਿੱਚ 22 ਅਕਤੂਬਰ 2022 ਨੂੰ ਸਮਾਗਮ ਕੀਤਾ ਜਾ ਰਿਹਾ ਆ, ਉਹਦੀ ਕੀ ਰੂਪ ਰੇਖਾ ਆ? ਕਿਉਂਕਿ ਉਹ ਸਭ ਤੋਂ ਪਹਿਲਾ ਪ੍ਰੋਗਰਾਮ ਹੋਏਗਾ ਅਤੇ ਪ੍ਰੋਗਰਾਮ ਦਾ ਸ਼ੁਰੂਆਤ ਜਿਹੜੀ ਆ ਕਿ ਇੱਥੋਂ ਹੋ ਕੇ ਅਤੇ ਅੱਗੇ ਲੈ ਪੜਾਵਾਂ ਵੱਲ ਵਧੇਗੀ। ਸੋ ਕਿਸ ਤਰ੍ਹਾਂ ਦੀ ਰੂਪ ਰੇਖਾ ਹੈ ਸਰ? ਹਾਂਜੀ, ਸਿੰਘ ਸਭਾਵਾਂ ਦੇ ਸਾਰਾ ਇੱਕ ਕੇਂਦਰੀ ਪੱਧਰ ਦੇ ਉੱਤੇ ਜਥੇਬੰਦ ਢਾਂਚਾ ਉਸਾਰਨ ਵਾਸਤੇ ਅਸੀਂ ਜਿਹੜਾ ਆ ਵਿੱਚੋਂ ਕੋਸ਼ਿਸ਼ ਕਰਾਂਗੇ ਸਾਰੀਆਂ। ਅਤੇ ਅਸੀਂ ਦੋ ਜਿਹੜੀਆਂ ਨੇ ਉਹ ਸ਼ਤਾਬਦੀ ਕਮੇਟੀਆਂ ਦੋ ਪੜਾਵਾਂ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ। ਇੱਕ ਤਾਂ ਸਾਰੇ ਭਾਰਤ ਦੇ ਵਿੱਚ 150 ਸਾਲਾ ਸ਼ਤਾਬਦੀ ਕਮੇਟੀ, ਅਤੇ ਇੱਕ ਹਰੇਕ ਰਾਜ ਦੀ ਆਪਣੀ 150 ਸਾਲਾ ਸ਼ਤਾਬਦੀ ਕਮੇਟੀ ਹੋਏਗੀ। ਤਾਂ ਉਹਦਾ ਅਸੀਂ ਜਿਹੜਾ ਗਠਨ ਕਰਨ ਜਾ ਰਹੇ ਹਾਂ ਉਸ ਦਿਨ 22 ਤਰੀਕ ਨੂੰ। ਅਤੇ ਉਹਦੇ ਵਿੱਚ ਉਮੀਦ ਹੈਗੀ ਹੈ ਕਿ ਅਸੀਂ ਆਪਣੇ ਟੀਚਿਆਂ 'ਤੇ ਕਾਮਯਾਬ ਹੋ ਜਾਵਾਂਗੇ ਸਫਲਤਾ। ਅਤੇ ਡਾਕਟਰ ਸਾਹਿਬ, ਵੀ ਜਿਵੇਂ ਕਿ 100 ਸਾਲਾ ਸ਼ਤਾਬਦੀ ਦੀ ਜਦੋਂ ਮਨਾਈ ਗਈ ਆ, ਉਸ ਟਾਈਮ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਸਨ, ਅਤੇ ਤੁਸੀਂ ਦੱਸਿਆ ਕਿ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਸੀ, ਵੱਡੇ ਪੱਧਰ 'ਤੇ ਮਨਾਇਆ ਗਿਆ ਸੀਗਾ। ਪਰ ਇਸ ਵਕਤ ਸ਼੍ਰੋਮਣੀ ਕਮੇਟੀ ਦਾ ਰੁਖ ਕਿਹੋ ਜਿਹਾ ਆ? ਕੀ ਸ਼੍ਰੋਮਣੀ ਕਮੇਟੀ ਤੁਹਾਡੇ ਕੋਲ ਆਈ ਹੈ, ਜਾਂ ਤੁਸੀਂ ਕੋਈ ਸੰਪਰਕ ਕੀਤਾ, ਜਾਂ ਫਿਰ ਕਿਸ ਤਰ੍ਹਾਂ ਰੁਝਾਨ ਮਿਲਿਆ? ਕਿਉਂਕਿ ਤੁਸੀਂ ਮੀਟਿੰਗਾਂ ਵੀ ਲਗਾਤਾਰ ਕਰ ਰਹੇ ਹੋ। ਦੇਖੋ ਜੀ, ਅਸੀਂ ਸੁਨੇਹਾ ਦੇ ਰਹੇ ਹਾਂ। ਕੱਲ੍ਹ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਿਲ ਰਹੇ ਹੈਗੇ ਹਾਂ, ਹਰਜਿੰਦਰ ਸਿੰਘ ਧਾਮੀ ਨੂੰ। ਅਤੇ ਸਾਨੂੰ ਉਮੀਦ ਹੈ ਕਿਉਂਕਿ ਉਹ ਸਾਡੇ ਜਿਹੜੇ ਆ ਮਨੋਰਥ ਇਹ ਜਿਹੜੇ ਇਹ ਸਾਰਿਆਂ ਦੇ ਸਾਂਝੇ ਹੈ। ਅਤੇ ਕਿਉਂਕਿ ਜਿੰਨੀ ਸਾਡੀ ਲੋੜ ਹੈ ਸਿੰਘ ਸਭਾ ਦੀ ਸ਼ਤਾਬਦੀ ਕਮੇਟੀ ਬਣਾ ਕੇ ਉਹਨੂੰ ਵਰਕਿੰਗ ਕਰਨ ਦੀ, ਉਹਨਾਂ ਦੀ ਵੀ ਉਨੀ ਜ਼ਰੂਰਤ ਹੈ। ਕਿਉਂਕਿ ਉਹਨਾਂ ਨੂੰ ਵੀ ਹੁਣ ਜਿਹੜਾ ਆ ਉਹਨਾਂ ਨੇ ਦੇਖ ਲਿਆ ਹੈਗਾ ਆ, ਅਤੇ ਸੰਪਰਦਾਵਾਂ ਜੇ ਉਹਨਾਂ ਦਾ ਸਹਿਯੋਗ ਦਿੰਦੀਆਂ ਤਾਂ ਉਹਦੇ ਬਦਲੇ ਉਹਨਾਂ ਨੂੰ ਕਿੰਨੀ ਕੀਮਤ ਚੁਕਾਉਣੀ ਪੈਂਦੀ ਆ, ਅਤੇ ਵੱਡੇ ਜਿਹੜੀਆਂ ਸਿਧਾਂਤ ਨੇ ਮਰਿਆਦਾ ਉਹ ਦਾਅ 'ਤੇ ਲਾਉਣੀ ਪੈਂਦੀ ਆ। ਤਾਂ ਮੈਨੂੰ ਲੱਗਦਾ ਕਿ ਪ੍ਰਧਾਨ ਸਾਹਿਬ ਸਹਿਯੋਗ ਦੇਣਗੇ, ਕਿਉਂਕਿ ਸਾਡਾ ਜਿਹੜਾ ਹੈ ਮਿਸ਼ਨ ਉਹ ਸਾਂਝਾ ਹੈਗਾ। ਅਤੇ ਜਿਹੜੀ ਇਹ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ, ਕਿਉਂਕਿ ਸਮਾਂ ਆਪਣੇ ਕੋਲ ਭਾਵੇਂ ਘੱਟ ਹੈ, ਪਰ ਮੈਂ ਇਹ ਜ਼ਰੂਰ ਚਾਹਾਂਗਾ ਕਿ ਉਸ ਦੇ ਉੱਪਰ ਜ਼ਰੂਰ ਥੋੜ੍ਹਾ ਜਿਹਾ ਦੱਸਿਆ ਜਾਵੇ ਵੀ ਕਿਉਂ ਸਿੰਘ ਸਭਾ ਲਹਿਰ ਸ਼ੁਰੂ ਕਰਨੀ ਪਈ ਸੀ, ਅਤੇ ਕਿਹੜੇ ਹਾਲਾਤਾਂ 'ਚ ਕੀਤੀ ਗਈ ਸੀ? ਦੇਖੋ, ਸਾਰੇ ਅਸੀਂ ਜਾਣਦੇ ਹੈਗੇ ਕਿ ਜਦੋਂ ਖਾਲਸਾ ਰਾਜ ਸਥਾਪਿਤ ਹੋਇਆ, ਰਾਜ ਜਦੋਂ ਹੁੰਦਾ ਆ ਉਹਦੀ ਇੱਕ ਆਪਣੀ ਪ੍ਰਭਾਵ ਹੁੰਦਾ ਆ। ਉਹਦੇ ਵਿੱਚ ਬਹੁਤ ਵੱਡੀ ਗਿਣਤੀ ਸਿੱਖਾਂ ਜਿਹੜੇ ਲੋਕਾਂ ਨੇ ਸਿੱਖ ਧਰਮ ਜਿਹੜਾ ਵਿੱਚ ਸ਼ਾਮਲ ਹੋਏ ਸੀਗੇ। ਜਦੋਂ ਰਾਜ ਗਿਆ ਅਤੇ ਉਹ ਤੋਂ ਡਬਲ ਸਪੀਡ ਨਾਲ ਫਿਰ ਉਹ ਜਿਹੜੇ ਆ ਉਹ ਸਿੱਖੀ ਛੱਡ ਗਏ। ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਵੱਡੇ ਆਮ ਵਿਅਕਤੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਮੁਸਲਮਾਨ ਬਣ ਗਏ ਸੀ, ਬਹੁਤ ਸਾਰੇ ਇੱਕ ਈਸਾਈ ਮਤ ਧਾਰਨ ਕਰ ਲਿਆ ਸੀਗਾ। ਤੋ ਇਸ ਪੱਧਰ 'ਤੇ ਜਦੋਂ ਰਾਜੇ ਜਰਨੈਲ ਤੁਹਾਡਾ ਧਰਮ ਛੱਡ ਕੇ ਜਾਣ ਲੱਗਣ, ਤਾਂ ਉਹ ਇੱਕ ਨਿਰਾਸ਼ਾ ਦਾ ਮਾਹੌਲ ਹੈ ਜਿਹੜਾ ਸਾਰੇ ਸਮਾਜ ਵਿੱਚ ਇੱਕ ਵਰਤਾਰਾ ਲੈ ਕੇ ਆਪਣਾ ਵਰਤਾਉਂਦਾ ਆ। ਤੋ 1873 ਦੇ ਵਿੱਚ ਵੀ ਅਜਿਹਾ ਹੀ ਸੀਗਾ, ਅਤੇ ਹਾਲਾਤ ਇੱਥੋਂ ਪੈਦਾ ਹੋਏ ਸੀਗੇ ਕਿ ਅਲੀਟ ਸਿੱਖ ਜਿਹੜੇ ਆ, ਕਿਉਂਕਿ ਉਸ ਵਕਤ ਇਹ ਹਰੇਕ ਬੰਦੇ ਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਬੰਦੇ ਨੂੰ ਜਿਹੜਾ ਪ੍ਰਭਾਵਿਤ ਕੀਤਾ ਹੈ ਜਿਹਦੇ ਨਾਲ ਸਮਾਜ ਜ਼ਿਆਦਾ ਇਫੈਕਟ ਹੁੰਦਾ ਆ। ਤਾਂ ਸਿੱਖਾਂ ਦੇ ਅਲੀਟ ਫੈਮਿਲੀ ਦੇ ਵਿੱਚ ਪਹਿਲਾਂ ਬੱਚੇ ਆ ਜਿਹੜੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਕੂਲ ਪੜ੍ਹਦੇ ਸੀ ਬੱਚੇ, ਮਿਸ਼ਨ ਸਕੂਲਾਂ 'ਚ ਆਮ ਘਰਾਂ ਤੋਂ ਪੜ੍ਹ ਨਹੀਂ ਸਕਦੇ, ਵੱਡੇ ਸਰਦਾਰਾਂ ਦੇ ਬੱਚੇ ਸੀਗੇ। ਉਹਨਾਂ ਨੇ ਜਦੋਂ ਐਲਾਨ ਕੀਤਾ ਕਿ ਅਸੀਂ ਈਸਾਈ ਮਤ ਧਾਰਨ ਕਰ ਲੈਣਾ ਹੈ, ਅਤੇ ਉਹਦੀ ਚਿੰਤਾ ਦੇ ਵਿੱਚ ਸਿੱਖ ਜਿਹੜੇ ਆ ਉਹ ਇਕੱਠੇ ਹੋਏ ਦਰਬਾਰ ਸਾਹਿਬ। ਪਹਿਲਾਂ ਜਿਹੜਾ 30 ਜੁਲਾਈ 1973 ਦੇ ਵਿੱਚ, ਅਤੇ ਫਿਰ 6 ਸਾਲ ਬਾਅਦ ਜਿਹੜਾ ਆ ਉਹ ਸਿੰਘ ਸਭਾ ਲਾਹੌਰ ਐਕਚੁਅਲੀ ਮਰਿਆਦਾ ਨੂੰ ਜਾਂ ਸਿਧਾਂਤਕ ਤੌਰ 'ਤੇ ਜਿਹੜੀ ਸੇਧ ਹੈ ਉਹ ਸਿੰਘ ਸਭਾ ਲਾਹੌਰ ਦੀ ਸੀਗੀ। ਕਿਉਂਕਿ ਜਿਹੜਾ ਪਹਿਲੀ ਸਿੰਘ ਸਭਾ ਸੀ ਇਹਦੇ ਵਿੱਚ ਜਿਹੜੇ ਪ੍ਰਬੰਧਕ ਸੀ ਜਾਂ ਸੇਵਾਦਾਰ ਸੀ ਸਾਰੇ ਅਲੀਟ ਸਿੱਖ ਸੀਗੇ, ਸਾਰੇ ਖਾਂਦੇ ਪੀਂਦੇ ਘਰਾਂ 'ਚ ਸੀ, ਅਤੇ ਉਹਨਾਂ ਨੂੰ ਸਿੱਖਾਂ ਦੇ ਜਿਹੜੇ ਗਰਾਊਂਡ ਪੱਧਰ 'ਤੇ
ਸਾਰੋਕਾਰ ਨੇ ਉਹਨਾਂ ਨਾਲ ਸਿੱਧਾ ਵਾਹ ਵਾਸਤਾ ਨਹੀਂ ਸੀਗਾ। ਠੀਕ। ਤੇ ਜਿਹੜੇ ਲਾਹੌਰ ਵਾਲੇ ਸਿੰਘ ਸਭਾ ਸੀ ਇਹ ਦੇ ਸੇਵਕ ਸੀ, ਇਹ ਆਮ ਘਰਾਂ 'ਚੋਂ ਸੀ, ਸਧਾਰਨ ਗਰੀਬ ਘਰਾਂ 'ਚੋਂ ਸੀ। ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਫਿਰ ਮੁੱਖ ਮੁੱਦਾ ਹੈ ਜਿਹੜਾ ਉਹ ਸਿੱਖ ਪੰਥ ਦੇ ਵਿੱਚ ਜਿਹੜਾ ਜਾਤ ਪਾਤ ਦਾ ਵਰਤਾਰਾ ਸੀਗਾ, ਉਹਦੇ ਨਾਲ ਜਿਹੜੀਆਂ ਸਿੱਖਾਂ ਦੇ ਅੰਦਰ ਕੁਰੀਤੀਆਂ, ਸਮਾਜਿਕ ਕੁਰੀਤੀਆਂ ਆ ਚੁੱਕੀਆਂ ਸੀ, ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਇਹਨਾਂ ਨੇ ਯਤਨ ਕੀਤੇ। ਤੋ ਇਹ ਜਿਹੜੀ ਲਹਿਰ ਹੈ ਇਹ ਇੱਕ ਆਪਣੇ ਪੰਥ ਦੀ ਜਿਹੜੀ ਹਸਤੀ ਸੀ, ਵਿਲੱਖਣ ਹਸਤੀ ਸੀ, ਉਹਦੀ ਜਿਹੜੀ ਹੋਂਦ ਖਰਾਬ ਹੋ ਰਹੀ ਸੀਗੀ। ਇੱਕ ਕਈ ਕਿਸਮ ਦੇ ਅਟੈਕ ਹੋ ਰਹੇ ਸੀ, ਕ੍ਰਿਸਚਨ ਈਸਾਈ ਲੋਕ ਬਾਹਰੋਂ ਕਰ ਰਹੇ ਸੀਗੇ, ਸਾਡੇ ਦੂਸਰੇ ਜਿਹੜੇ ਆ ਉਸ ਸਮੇਂ ਬ੍ਰਹਮੋ ਸਮਾਜ ਸੀ, ਆਰੀਆ ਸਮਾਜ ਸੀ, ਕਈ ਕਿਸਮ ਦੀਆਂ ਹੋਰ ਲਹਿਰਾਂ ਚੱਲੀਆਂ ਹੋਈਆਂ ਸੀਗੀਆਂ। ਇਸੇ ਤਰ੍ਹਾਂ ਇਸਲਾਮ ਮਤ ਨਾਲ ਸੰਬੰਧਿਤ ਲਹਿਰਾਂ ਸੀਗੀਆਂ। ਤਾਂ ਉਹਦੇ ਸਿੱਖੀ ਦੇ ਵਿੱਚ ਉਹ ਸਾਰਾ ਕੁਛ ਇੱਕ ਹਮਲੇ ਕਈ ਪਾਸਿਓਂ ਹੋ ਰਹੇ ਸੀ, ਬਹੁਤ ਪੱਕੀ ਹਮਲੇ ਸੀਗੇ। ਉਹਦੇ ਵਿੱਚ ਸਿੰਘ ਸਭਾ ਲਹਿਰ ਦੇ ਜਿਹੜੇ ਸੇਵਕ ਸੀ ਉਹਨਾਂ ਨੇ ਕੰਮ ਕੀਤਾ। ਇਹ ਲਹਿਰਾਂ ਹੋਰ ਵੀ ਕੋਈ ਛੋਟੀਆਂ ਛੋਟੀਆਂ ਚੱਲੀਆਂ ਸੀਗੀਆਂ, ਲੇਕਿਨ ਇਹ ਲਹਿਰ ਸੀ ਜਿਹਦਾ ਘੇਰਾ ਬੜਾ ਵਿਸ਼ਾਲ ਹੋਇਆ। ਜਿੰਨੇ ਬੜੇ ਕਾਲਜ, ਸਕੂਲ, ਉਹਨਾਂ ਮੇਜਰ ਸਿੰਘ ਜੀ ਉਸ ਵਕਤ 9 ਅਖਬਾਰ ਜਾਰੀ ਕਰਨੇ। ਤੁਸੀਂ ਅੱਜ ਜਿਹੜਾ ਅਸੀਂ ਕਹਿੰਦੇ ਭਾਂਦੇ ਸਿੱਖਾਂ ਅਤੇ ਅਕਾਲੀ ਦਲ ਵੀ ਅੱਜ ਆਪਣਾ ਅਖਬਾਰ ਨਹੀਂ ਕੱਢ ਸਕਦਾ, ਇਹ ਪੋਜੀਸ਼ਨ ਹੈ। ਅਤੇ ਉਸ ਵਕਤ ਜਦੋਂ ਕੋਈ ਮਸ਼ੀਨ ਨਹੀਂ ਸੀ, ਸਾਰੇ ਹੱਥਾਂ ਨਾਲ ਪੱਥਰ ਦੇ ਹਿਸਾਬ ਨਾਲ ਬਣਾਉਣੇ ਪੈਂਦੇ ਸੀ। ਉਸ ਵਕਤ ਅਖਬਾਰਾਂ ਕੱਢਣੀਆਂ ਅਤੇ ਉਹ ਕੋਈ ਛੋਟਾ ਮੋਟਾ ਕੰਮ ਨਹੀਂ ਸੀਗਾ। ਉਸ ਤੋਂ ਪਹਿਲਾਂ ਕਿਸੇ ਵੀ ਬੰਦੇ ਕੋਲ ਅਖਬਾਰ ਕੱਢਣ ਦਾ ਕੋਈ ਤਜਰਬਾ ਨਹੀਂ। ਬਿਲਕੁਲ। ਉਹ ਜੇ ਗਿਆਨੀ ਦਿੱਤ ਸਿੰਘ ਦੀ ਪਹਿਲੀ ਗੱਲ ਕਰੀਏ, ਪ੍ਰੋਫੈਸਰ ਗੁਰਮੁਖ ਸਿੰਘ ਦੀ ਗੱਲ ਕਰੀਏ, ਪਹਿਲੇ ਐਡੀਟਰ ਨੇ। ਉਹਨਾਂ ਨੇ ਕਿਤੋਂ ਓਫੀਸ਼ੀਅਲੀ ਕਿਸੇ ਜਰਨਲਿਜ਼ਮ ਦਾ ਕੋਰਸ ਨਹੀਂ ਕੀਤਾ, ਕੋਈ ਪੜ੍ਹਾਈ ਨਹੀਂ ਕੀਤੀ, ਕੋਈ ਸਿਖਲਾਈ ਨਹੀਂ ਲਈ। ਤਾਂ ਉਹ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੰਮ ਕਰਦੇ, ਕੰਮ ਹੀ ਛੋਟਾ ਨਹੀਂ ਕੀਤਾ। ਤੁਸੀਂ ਪਬਲੀਕੇਸ਼ਨ ਦੇਖੋ, ਉਸ ਵਕਤ ਜਿਹੜੀਆਂ ਨੇ 72 ਕਿਤਾਬਾਂ ਲਿਖ ਦੇਣੀਆਂ ਕੋਈ ਛੋਟੀ ਗੱਲ ਹੈਗੀ। ਅਤੇ ਸਾਰੇ ਫਿਰ ਉਸ ਵਕਤ ਦਾ ਸਭ ਤੋਂ ਵੱਡਾ ਜਿਹੜਾ ਥੰਮ ਸੀਗਾ ਆਰੀਆ ਸਮਾਜ ਦਾ, ਜਿਹੜਾ ਆ ਸਵਾਮੀ ਦਇਆਨੰਦ, ਉਹਨੂੰ ਪਬਲਿਕ ਡਿਬੇਟ ਵਿੱਚ ਹਰਾਉਣਾ। ਉਹ ਜਦੋਂ ਕਰਦਾ ਸੀਗਾ ਭਾਸ਼ਣ, ਅਤੇ ਉਹ ਪਹਿਲਾਂ ਕੁਰਸੀ 'ਤੇ ਬੈਠਦਾ ਸੀਗਾ, ਅਤੇ ਉਸ ਤੋਂ ਬਾਅਦ ਉਹਦੀ ਸ਼ਰਤ ਹੁੰਦੀ ਸੀ ਕਿ ਹਾਰਨ ਵਾਲਾ ਬੰਦਾ ਉਹਦੇ ਪੈਰਾਂ 'ਚ ਬੈਠੇਗਾ, ਅਤੇ ਉਹਨੂੰ 3 ਵਾਰੀ ਪਬਲਿਕ ਤੌਰ 'ਤੇ ਹਰਾ ਦੇਣਾ ਇਹ ਡਿਬੇਟ ਦੇ ਵਿੱਚ। ਅੱਜ ਵੀ ਸਾਡੇ ਕੋਲ ਕੋਈ ਐਵੇਂ ਦੇ TV 'ਤੇ ਐਂਕਰ ਨਹੀਂ ਹੈਗੇ ਜਾਂ ਬੁਲਾਰੇ ਨਹੀਂ ਹੈਗੇ ਜਿਹੜੇ ਇਸ ਪੱਧਰ ਦੇ ਉੱਤੇ ਜਾ ਕੇ ਹਾਜ਼ਰ ਜਵਾਬੀ ਨਾਲ ਲੋਕ ਜਵਾਬ ਦੇ ਸਕਣ। ਉਸ ਵਕਤ ਉਹਨਾਂ ਨੇ ਕੀਤਾ, ਬਹੁਤ ਕੰਮ ਕੀਤਾ। ਸਕੂਲ ਖੋਲ੍ਹੇ, ਉਸ ਵਕਤ ਕੰਨਿਆ ਮਹਾਵਿਦਿਆਲਿਆ ਖੋਲ੍ਹਣਾ, ਲੜਕੀਆਂ ਦੀ ਪੜ੍ਹਾਈ ਲਈ ਜਿਹੜਾ ਪਹਿਲ ਕਰਨੀ, ਜਿਸ ਵਕਤ ਲੜਕੀਆਂ ਨੂੰ ਘਰ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਕੋਈ। ਇਹ ਵੱਡੇ ਕਾਰਜ ਕੀਤੇ ਸੀ। ਔਰ ਇਹਦਾ ਸੀਗਾ ਕਿ ਉਸ ਵਕਤ ਸਾਡੇ ਬਜ਼ੁਰਗਾਂ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਇਆ, ਉਹਦੇ ਬਣਾਉਣ ਵਿੱਚ ਵੀ ਸਿੰਘ ਸਭਾ ਦੇ ਉਹ ਸੀਗੇ ਸਾਰੇ ਸੀ, ਅਤੇ ਉਹ ਬਣਾਇਆ ਤਾਂ ਉਹਨਾਂ ਨੇ ਵਾਪਸ ਕਰਤਾ ਬਣਾਇਆ ਹੋਇਆ। ਕਹਿੰਦੇ ਕਿਉਂ? ਕਹਿੰਦੇ ਇਹਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਹੋਇਆ। ਠੀਕ। ਉਹ ਸਾਡੇ ਬਜ਼ੁਰਗ ਉਦੋਂ ਔਰਤਾਂ ਜਿਸ ਵਕਤ ਨਾ ਬਰਤਾਨੀਆ 'ਚ ਨਾ ਕਿਸੇ ਵੀ ਦੇਸ਼ ਦੇ ਵਿੱਚ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਡੇ ਬਜ਼ੁਰਗਾਂ ਨੇ ਉਹਨੂੰ 1920 ਦੇ ਵਿੱਚ ਜਿਹੜਾ ਆ ਉਹਦੀ ਗੱਲ ਕੀਤੀ, 25 ਤੱਕ ਉਹਨੂੰ ਲਾਗੂ ਕਰਾਇਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨੂੰ ਵਿਚਾਰਨਾ ਸਿੰਘ ਸਭਾ ਦੇ ਖਾਤੇ ਵਿੱਚ ਪਈਆਂ ਨੇ। ਡਾਕਟਰ ਖੁਸ਼ਹਾਲ ਸਿੰਘ ਜੀ, ਜਿੱਥੇ ਤੁਸੀਂ ਭਾਰਤ ਵਿੱਚ ਪੂਰੇ ਸਮਾਗਮ ਕਰ ਰਹੇ ਹੋ 1 ਸਾਲ ਦੇ ਲਈ, ਅਤੇ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਰਨ ਦਾ ਸੋਚਿਆ? ਵਿਦੇਸ਼ਾਂ ਦੇ ਵਿੱਚ ਸਾਡੇ ਚੈਪਟਰ ਨੇ ਜਿਹੜੇ, ਉਹਨਾਂ ਦੀ ਅਸੀਂ ਡਿਊਟੀ ਲਾਈ ਹੋਈ ਆ। ਸਾਰੀਆਂ ਥਾਵਾਂ 'ਤੇ ਫਿਜ਼ੀਕਲ ਰੂਪ ਵਿੱਚ ਹੋ ਸਕਦਾ ਅਸੀਂ ਨਾ ਜਾਈਏ, ਟੋਕਨ ਮਾਤਰ ਅਸੀਂ ਉਹਨਾਂ ਨਾਲ ਜਿਹੜੇ ਹੈ ਜ਼ੂਮ 'ਤੇ ਜਾਂ ਹੋਰ ਸੋਰਸ ਰਾਹੀਂ ਆਪਣੀ ਹਾਜ਼ਰੀ ਲਵਾਵਾਂਗੇ। ਅਤੇ ਅਸੀਂ ਸਾਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਸਿੰਘ ਸਭਾਵਾਂ ਨੇ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਮਾਗਮ ਹੋਣ। ਅਤੇ ਖੁਸ਼ਹਾਲ ਸਿੰਘ ਜੀ, ਆਖਰ ਦੇ ਵਿੱਚ ਕੋਈ ਤੁਸੀਂ ਖਾਸ ਗੱਲ ਕਹਿਣੀ ਚਾਹੁੰਦੇ ਹੋ ਸਿੰਘ ਸਭਾ ਦੇ ਬਾਰੇ, ਜਾਂ ਕੇਂਦਰੀ ਸਿੰਘ ਸਭਾ ਦੇ ਵੱਲੋਂ ਜੋ ਕਾਰਜ ਕੀਤੇ ਜਾ ਰਹੇ ਨੇ, ਤਾਂ ਉਹ ਜ਼ਰੂਰ ਗਾਗਰ ਦੇ ਵਿੱਚ ਸਾਗਰ ਦੇ ਰਾਹੀਂ ਜਿਹੜੀ ਗੱਲ ਜ਼ਰੂਰ ਕਰੋ, ਅਤੇ ਉਸ ਤੋਂ ਬਾਅਦ ਜਿਹੜੀ ਆ ਕਿ ਅਸੀਂ ਦਰਸ਼ਕਾਂ ਤੋਂ ਇਜਾਜ਼ਤ ਲਈਏ। ਮੇਜਰ ਸਿੰਘ ਜੀ, ਮੈਂ ਜਿਹੜਾ ਲਾਸਟ ਵਿੱਚ ਅਪੀਲ ਕਰਨਾ ਚਾਹੁੰਦਾ ਸਾਰੇ ਸਿੱਖ ਪੰਥ ਨੂੰ ਕਿ 150 ਸਾਲ ਜਿਹੜੇ ਹੈ ਗੁਰੂ ਪੰਥ ਦੇ ਨਾਲ ਮਨਾਏ ਜਾਣੇ ਚਾਹੀਦੇ ਆ। ਇਹ ਗੁਰੂ ਪੰਥ ਦੀ ਜਿਹੜੀ ਮਰਿਆਦਾ ਆ, ਕਹੇ ਨੇ ਸਲੋਗਨ ਨਹੀਂ ਕਿ ਅਸੀਂ ਕਹਿ ਦਿੱਤਾ ਗੁਰੂ ਪੰਥ ਦੇ ਨਾਲ, ਅਸਲ 'ਚ ਉਹ ਅਮਲੀ ਰੂਪ ਵਿੱਚ ਜਿਹੜੀ ਮਰਿਆਦਾ ਉਹਨੂੰ ਗੁਰੂ ਘਰਾਂ ਦੇ ਵਿੱਚ ਲਾਗੂ ਕੀਤਾ ਜਾਵੇ। ਸਿੰਘ ਸਭਾਵਾਂ ਸਿਰਫ ਆਪਣੇ ਫੱਟੇ ਨਾਲ ਅਲੱਗ ਰੱਖਣ। ਉਹਦੀ ਸਿੰਘ ਸਭਾ ਦੀ ਵਿਲੱਖਣ ਪਛਾਣ ਇਹ ਹੋਣੀ ਚਾਹੀਦੀ ਹੈ ਗੁਰਦੁਆਰੇ ਦੀ, ਸੰਸਥਾ ਦੀ, ਕਿ ਉੱਥੇ ਅਕਾਲ ਤਖਤ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਇਨ ਬਿਨ ਰੂਪ ਵਿੱਚ ਲਾਗੂ ਹੋਣੀ ਚਾਹੀਦੀ ਹੈ। ਮੇਰੀ ਅਪੀਲ ਹੈ। ਬਿਲਕੁਲ ਠੀਕ ਹੈ। ਸੋ ਦਰਸ਼ਕੋ, ਤੁਸੀਂ ਸੁਣਿਆ ਕਿ
ਕੇਂਦਰੀ ਸਿੰਘ ਸਭਾ ਦੇ ਵੱਲੋਂ ਸਿੰਘ ਸਭਾ ਲਹਿਰ ਦਾ 150 ਸਾਲਾ ਸ਼ਤਾਬਦੀ ਸਮਾਗਮ ਜਿਹੜਾ ਕਿ 22 ਅਕਤੂਬਰ 2022 ਤੋਂ ਆਰੰਭ ਹੋ ਰਿਹਾ ਹੈ, ਜੋ ਕੇਂਦਰੀ ਸਿੰਘ ਸਭਾ ਸੈਕਟਰ 28A ਚੰਡੀਗੜ੍ਹ ਗੁਰੂ ਗ੍ਰੰਥ ਸਾਹਿਬ ਵਿਦਿਆ ਭਵਨ ਤੋਂ ਜਿਹੜਾ ਕਿ ਆਰੰਭ ਹੋਏਗਾ। ਸੋ ਪੂਰਾ ਸਾਲ ਇਹ ਸਾਲ 2023 ਤੱਕ ਇਹ ਸਮਾਗਮ ਚੱਲਣਗੇ। ਸੋ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜੇ ਸਮਾਗਮ ਹੋਣਗੇ, ਵੱਖ-ਵੱਖ ਸੂਬਿਆਂ 'ਚ ਹੋਣਗੇ, ਵੱਖ-ਵੱਖ ਦੇਸ਼ਾਂ ਦੇ ਵਿੱਚ ਕਰਨ ਦੀ ਵੀ ਜਿਹੜੀ ਆ ਕਿ ਸਮਾਗਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਿਸੇ ਵੀ ਤਰ੍ਹਾਂ ਉਹ ਜਿਹੜੇ ਕਿ ਹੋਣਗੇ। ਸੋ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਮਾਗਮਾਂ ਦੇ ਵਿੱਚ ਅਸੀਂ ਜਿਹੜਾ ਕਿ ਵੱਧ ਤੋਂ ਵੱਧ ਹਿੱਸਾ ਲਈਏ ਅਤੇ ਕੇਂਦਰੀ ਸਿੰਘ ਸਭਾ ਨੂੰ ਜਿਹੜਾ ਕਿ ਆਪਣਾ ਯੋਗਦਾਨ ਦਈਏ, ਤਾਂ ਜੋ ਸਿੰਘ ਸਭਾ ਲਹਿਰ ਦਾ ਇੱਕ ਮੁੜ ਸੁਰਜੀਤ ਜਿਹੜੀ ਕਰਨ ਦਾ ਕੋਸ਼ਿਸ਼ ਹੈਗੀ ਆ ਉਹ ਨੇਪਰੇ ਚੜ੍ਹ ਸਕੇ। ਸੋ ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਤੋਂ ਮੈਂ ਮੇਜਰ ਸਿੰਘ ਪੰਜਾਬੀ ਇਜਾਜ਼ਤ ਚਾਹਾਂਗਾ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।